ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰ ਰਹੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਅੱਜ ਦਾ ਜੋ ਬਚਨ ਹੈ ਸਾਹਿਬ ਦਾ, ਜਿਸ ਦੀ ਵਿਚਾਰ ਆਪਾਂ ਗੁਰ ਕਿਰਪਾ ਦੁਆਰਾ ਕਰਾਂਗੇ। ਪਾਤਸ਼ਾਹ ਕਹਿੰਦੇ, ਮੰਨੈ ਪਤ ਸਿਉ ਪ੍ਰਗਟ ਜਾਏ। ਜਿਵੇਂ ਕੱਲ ਵਚਨ ਆਇਆ ਸੀ, ਮੰਨੈ ਮਾਰਗ ਠਾਕ ਨਾ ਪਾਏ, ਕਿ ਜਿਹੜਾ ਵੀ ਜੀਵ ਉਸ ਹੁਕਮ ਨੂੰ ਮੰਨਦਾ ਹੈ, ਹੁਕਮ ਦੇ ਅਨੁਸਾਰੀ ਹੈ, ਉਸ ਨੂੰ ਭਵਸਾਗਰ ਦੇ ਅੰਦਰ ਕੋਈ ਵੀ ਚੀਜ਼ ਵਾ ਮਾਇਆ ਅੜਿੱਕਾ ਨਹੀਂ ਪਾ ਸਕਦੀ। ਉਸ ਤੋਂ ਅੱਗੇ ਪਾਤਸ਼ਾਹ ਕਹਿੰਦੇ, ਮੰਨੈ ਪਤ ਸਿਉ ਪ੍ਰਗਟ ਜਾਏ। ਜਿਹੜੀ ਜੋਤ, ਜਿਹੜਾ ਜੀਵ ਹੁਕਮ ਦਾ ਧਾਰਨੀ ਹੈ, ਉਸ ਦੀ ਇੱਜ਼ਤ ਵੀ ਹੈ ਸੱਚਖੰਡ ਦੇ ਅੰਦਰ ਤੇ ਭਵਸਾਗਰ ਦੇ ਅੰਦਰ ਉਹ ਪ੍ਰਗਟ ਹੋ ਕੇ ਜਾਂਦਾ ਹੈ। ਇਹ ਬੜੀ ਵੱਡੀ ਗੱਲ ਹੈ ਕਿ ਕਿਵੇਂ ਪਤਾ ਲੱਗਦਾ ਭਗਤ ਦਾ ਕਿ ਇਹਦੀ ਦਰਗਾਹ ਦੇ ਅੰਦਰ ਇੱਜ਼ਤ ਹੈ। ਦਰਗਾਹ ਵੀ ਕੋਈ ਚੀਜ਼ ਹੈ, ਸੱਚਖੰਡ ਵੀ ਕੋਈ ਚੀਜ਼ ਹੈ। ਸੋ ਸੱਚਖੰਡ ਵਾਲਿਆਂ ਨੇ ਹੁਕਮ ਮੰਨਣ ਦੀ ਬਦੌਲਤ ਇਸ ਸੰਸਾਰ ਦੇ ਅੰਦਰ ਉਸ ਗੁਰਮੁਖ ਨੂੰ ਪ੍ਰਗਟ ਵੀ ਕੀਤਾ ਹੈ। ਕਿਉਂਕਿ ਸੰਸਾਰ ਦੇ ਲੋਕਾਂ ਨੂੰ ਵੀ ਪਤਾ ਲੱਗੇ ਕਿ ਹੁਕਮ ਕੀ ਚੀਜ਼ ਹੁੰਦੀ ਹੈ। ਕਿਉਂਕਿ ਜਦੋਂ ਹੁਕਮ ਭਗਤ ਦੇ ਹਿਰਦੇ ਵਿੱਚ ਪ੍ਰਗਟ ਹੁੰਦਾ ਹੈ, ਤਾਂ ਫਿਰ ਉਹ ਹੁਕਮ ਦੇ ਪ੍ਰਥਾਏ ਭਗਤ ਪ੍ਰਗਟ ਹੋ ਜਾਂਦਾ। ਫਿਰ ਉਹ ਬੋਲਦਾ, ਫਿਰ ਉਹਨਾਂ ਦਾ ਬੋਲਿਆ ਹੋਇਆ ਕੋਈ ਵੀ ਕੱਟ ਨਹੀਂ ਸਕਦਾ। ਉਹਨਾਂ ਦਾ ਬੋਲਿਆ ਹੋਇਆ ਇਸ ਸੰਸਾਰ ਦੇ ਅੰਦਰ ਵੀ ਤੇ ਦਰਗਾਹ ਦੇ ਅੰਦਰ ਵੀ ਪ੍ਰਵਾਨ ਹੁੰਦਾ। ਜਿਵੇਂ ਪਾਤਸ਼ਾਹ ਕਹਿੰਦੇ ਆ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਸੰਸਾਰ। ਉਹ ਸੰਸਾਰ ਚੋਂ ਛੁੱਟ ਜਾਂਦੇ ਆ, ਉਹਨਾਂ ਦੇ ਮੁਖ ਉਜਲੇ ਹੁੰਦੇ ਆ, ਸ਼ੁੱਧ ਹੁੰਦੇ ਆ। ਇਸ ਸੰਸਾਰ ਦੇ ਅੰਦਰ ਵੀ ਉਜਲੇ ਹੁੰਦੇ ਆ ਤੇ ਨਿਰਾਕਾਰ ਦੇ ਦੇਸ਼ ਵਿੱਚ ਵੀ ਉਜਲੇ ਹੁੰਦੇ ਆ। ਉਹ ਇਸ ਭਾਵ ਸਾਗਰ ਦੇ ਵਿੱਚੋਂ ਛੁੱਟ ਜਾਂਦੇ ਆ। ਉਹਨਾਂ ਦੀ ਇੱਜ਼ਤ ਹੁੰਦੀ ਹੈ। ਉਹਨਾਂ ਦੇ ਕਹੇ ਹੋਏ ਬੋਲਾਂ ਨੂੰ ਕੋਈ ਰੱਦ ਨਹੀਂ ਕਰ ਸਕਦਾ। ਉਹਨਾਂ ਦੀ ਇੱਜ਼ਤ ਹੈ, ਪੱਤ ਹੈ। ਉਸ ਪੱਤ ਵਾ ਹੁਕਮ ਦੇ ਸਦਕਾ ਹੀ ਉਹ ਭਵ ਸਾਗਰ ਦੇ ਅੰਦਰ ਪ੍ਰਗਟ ਹੋ ਜਾਂਦੇ ਹੈ। ਕਰਦਾ ਪ੍ਰਗਟ ਪਰਮੇਸ਼ਰ ਹੈ। ਆਪਾਂ ਹੋਰ ਵੀ ਗੁਰਬਾਣੀ ਚੋਂ ਵੇਖਦੇ ਹਾਂ ਇਸੇ ਪ੍ਰਥਾਏ ਜੋ ਪਾਤਸ਼ਾਹ ਨੇ ਗੁਰਬਾਣੀ 'ਚ ਬਚਨ ਲਿਖੇ ਹੈ। ਅੰਗ 15 ਦੇ ਉੱਪਰ ਪਾਤਸ਼ਾਹ ਕਹਿੰਦੇ ਆ, ਜਿਤ ਬੋਲਿਆ ਪਤ ਪਾਈ ਹੈ, ਸੋ ਬੋਲਿਆ ਪ੍ਰਵਾਨ। ਕਹਿੰਦੇ ਜਿਤ ਬੋਲਿਆ ਪਤ ਪਾਈ। ਗੁਰਮੁਖ ਜੋ ਵੀ ਇਸ ਭਾਵ ਸਾਗਰ ਵਿੱਚ ਬੋਲਦਾ, ਉਹਦੇ ਬੋਲਣ ਦੇ ਵਿੱਚ ਇੱਜ਼ਤ ਹੁੰਦੀ ਹੈ, ਭਾਵ ਕਿ ਸੱਚਾਈ ਹੁੰਦੀ ਹੈ। ਕਿਸੇ ਦੀ ਪੱਤ ਢਕਣੀ ਹੈ, ਕਿਸੇ ਦੀ ਪੱਤ ਬੇਪੱਤ ਨਹੀਂ ਕਰਨੀ, ਉਹਦੀ ਪੱਤ ਢਕਣੀ ਹੈ। ਜੇ ਪਾਤਸ਼ਾਹੀਆਂ ਨੇ ਜਾਂ ਭਗਤ ਸਾਹਿਬਾਨਾਂ ਨੇ, ਜਿਹੜੇ ਪਾਖੰਡੀ ਲੋਕ ਧਾਰਮਿਕ ਬਣੇ ਹੋਏ ਸਨ, ਉਹਨਾਂ ਨੂੰ ਜੇ ਆਖਿਆ ਵੀ ਹੈ ਤਾਂ ਉਹਨਾਂ ਦੀ ਪੱਤ ਢਕੀ ਹੈ। ਉਹਨਾਂ ਨੂੰ ਸ਼ੁੱਧ ਦੱਸਿਆ ਕਿ ਅਸਲੀਅਤ ਆਏ, ਤੁਸੀਂ ਅਸਲੀਅਤ ਨੂੰ ਕਬੂਲ ਕਰੋ, ਨਾ ਕਿ ਝੂਠ ਨੂੰ ਕਬੂਲ ਕਰੋ। ਜਿਤ ਬੋਲੇ, ਉਹਨਾਂ ਦੇ ਬੋਲਣ ਦੇ ਵਿੱਚ ਪੱਤ ਹੁੰਦੀ ਹੈ। ਅੱਜ ਗੁਰਬਾਣੀ ਕੁਛ ਬੋਲਦੀ ਹੈ, ਜਾਂ ਜੋ ਗੁਰਬਾਣੀ ਪੜ੍ਹਦਾ ਜਾਂ ਸੁਣਦਾ ਜਾਂ ਵਿਚਾਰਦਾ, ਉਸ ਦੇ ਅੰਦਰ ਵੀ ਉਹ ਗੁਣ ਆਉਂਦਾ ਵੀ ਉਹ ਵੀ ਕਿਸੇ ਦੀ ਪੱਤ ਢਕਦਾ। ਪੱਤ ਢਕਣ ਦਾ ਭਾਵ ਇਹ ਨਹੀਂ ਹੁੰਦਾ ਵੀ ਜੇ ਉਹ ਕੋਈ ਗਲਤੀ ਕਰੀ ਜਾਂਦਾ ਤਾਂ ਉਹਨੂੰ ਕੁਛ ਵੀ ਨਹੀਂ ਕਹਿੰਦਾ। ਪੱਤ ਢਕਣ ਦਾ ਭਾਵ ਹੁੰਦਾ ਜੇ ਉਹਨੇ ਗਲਤੀ ਕੀਤੀ, ਉਹਨੂੰ ਉਹਦੀ ਗਲਤੀ ਦਾ ਅਹਿਸਾਸ ਕਰਾਉਂਦਾ ਵੀ ਇੱਥੋਂ ਤੁਸੀਂ ਗਲਤ ਹੋ, ਇਸ ਗਲਤੀ ਨੂੰ ਸੁਧਾਰੋ। ਇਹ ਨਹੀਂ ਕਿ ਉਹਨੇ ਗਲਤੀ ਕਰ ਲਈ ਉਹ ਕਹਿ ਦੇਵੇ ਕੋਈ ਗੱਲ ਨਹੀਂ। ਇਸ ਤਰ੍ਹਾਂ ਪੱਤ ਨਹੀਂ ਢਕਦਾ। ਪੱਤ ਢਕਦਾ ਕਿ ਤੂੰ ਗਲਤੀ ਕੀਤੀ ਹੈ, ਇਹਨੂੰ ਕਬੂਲ ਕਰ ਤੇ ਗਾਂ ਤੋਂ ਤੌਬਾ ਕਰ, ਤੂੰ ਗਲਤੀ ਨਾ ਕਰ। ਧਾਰਮਿਕ ਸੰਸਾਰ ਦੇ ਅੰਦਰ ਸੋ ਬੋਲਿਆ ਪ੍ਰਵਾਨ ਹੈ। ਫਿਰ ਉਹਨਾਂ ਦਾ ਬੋਲਿਆ ਹੋਇਆ ਪ੍ਰਵਾਨ ਵੀ ਹੁੰਦਾ, ਕਿਉਂਕਿ ਬੁਲਾਉਂਦਾ ਤਾਂ ਪਰਮੇਸ਼ਰ ਹੈ। ਪਰਮੇਸ਼ਰ ਦੀ ਗੱਲ ਨੂੰ ਕੋਈ ਅਪਰਵਾਨ ਨਹੀਂ ਕਰ ਸਕਦਾ, ਉਹ ਤਾਂ ਪ੍ਰਵਾਨ ਹੀ ਹੁੰਦੀ ਹੈ।
ਕੋਈ ਵੀ ਮੰਨ ਸਕਦਾ ਹੈ। ਉਸ ਵੇਲੇ ਭਗਤ ਸਾਹਿਬਾਨ ਸਨ, ਸਰੀਰ ਕਰਕੇ ਬੋਲਦੇ ਸੀ, ਬੇਅੰਤਾਂ ਨੇ ਮੰਨਿਆ। ਅੱਜ ਗੁਰਬਾਣੀ ਬੋਲਦੀ ਹੈ, ਅੱਜ ਵੀ ਬੇਅੰਤ ਹਨ ਜਿਹੜੇ ਗੁਰਬਾਣੀ ਤੋਂ ਸੋਝੀ ਪ੍ਰਾਪਤ ਕਰਦੇ ਆ। ਅੰਗ 22 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਗੁਰ ਮਿਲ ਭੌਜਲ ਲੰਘੀ ਹੈ ਦਰਗਹਿ ਪਤ ਪ੍ਰਵਾਨ। ਗੁਰ ਮਿਲ ਭੌਜਲ ਲੰਘੀ ਹੈ, ਜੇ ਗੁਰਮਤਿ ਦੀ ਸੋਝੀ ਆ ਜਾਵੇ, ਜੇ ਗਿਆਨ ਮਿਲ ਜਾਵੇ ਆਤਮਾ ਪ੍ਰਾਤਮਾ ਇੱਕ ਕਰਨ ਦਾ, ਤਾਂ ਭਵਜਲ ਲੰਘੀ ਹੈ, ਤਾਂ ਇਸ ਭਵ ਸਾਗਰ ਚੋਂ ਪਾਰ ਜਾਇਆ ਜਾ ਸਕਦਾ ਹੈ। ਤੇ ਦਰਗਹਿ ਪਤ ਪ੍ਰਵਾਨ, ਫਿਰ ਦਰਗਾਹ ਦੇ ਅੰਦਰ ਇੱਜ਼ਤ ਹੁੰਦੀ ਹੈ, ਜੈ ਜੈਕਾਰ ਕੀਤੀ ਜਾਂਦੀ ਹੈ। ਅੰਗ 16 ਦੇ ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਬਾਜਾ ਨੇਜਾ ਪਤ ਸਿਉ ਪ੍ਰਗਟ ਕਰਮ ਤੇਰਾ ਮੇਰੀ ਜਾਤ। ਹੁਣ ਦੱਸਿਆ ਕਿ ਬਾਜਾ ਕੀ ਹੈ, ਇੱਕ ਨੇਜਾ ਇੱਕ ਬਾਜਾ ਹੈ। ਜਿਵੇਂ ਹਾਰਮੋਨੀਅਮ ਵਜਾਉਂਦੇ ਆ, ਇਹਨੂੰ ਵੀ ਬਾਜਾ ਹੀ ਕਹਿੰਦੇ ਆ। ਇੱਕ ਨੇਜਾ ਹੁੰਦਾ ਕਿ ਗੁਰਮੁਖਾਂ ਦਾ ਜਿਹੜਾ ਬਾਜਾ ਹੁੰਦਾ, ਭਾਵ ਕਿ ਉਹਨਾਂ ਦੀ ਆਤਮਾ ਪ੍ਰਾਤਮਾ ਹੈ, ਉਹਨਾਂ ਦੇ ਅੰਦਰੋਂ ਜਿਹੜਾ ਹੁਕਮ ਪ੍ਰਗਟ ਹੁੰਦਾ ਉਹੀ ਬਾਜਾ ਹੈ। ਜੋ ਸੱਚ ਬੋਲਦੇ ਆ ਉਹੀ ਬਾਜਾ ਹੈ, ਸੱਚ ਹੀ ਉਹਨਾਂ ਕੋਲ ਨੇਜਾ ਹੈ। ਕਿਉਂਕਿ ਜਦੋਂ ਗੁਰਮੁਖ ਸੱਚ ਮੁਖੋਂ ਬੋਲਦਾ ਤਾਂ ਕਿਸੇ ਨੂੰ ਚੰਗਾ ਲੱਗਦਾ ਤੇ ਕਿਸੇ ਦੇ ਨੇਜੇ ਵਾਂਗੂ ਖੋਬਦਾ। ਸਤਿਗੁਰ ਪੂਰੇ ਸੂਰਮੇ ਬਾਹਿਆ ਏਕ ਜੋ ਬਾਣ ਲਾਗਤ ਹੀ ਭੋਇ ਗਿਰ ਪਰਿਆ, ਪਰਿਆ ਕਰੇਜੇ ਛੇਕ। ਉਧਰ ਨੂੰ ਵੀ ਵਾਰ ਕਰਦਾ ਹੈ। ਗੁਰਮੁਖ ਹਰ ਵੇਲੇ ਹਰ ਇੱਕ ਦਾ ਭਲਾ ਚਾਹੁੰਦਾ ਹੈ। ਪਤ ਸਿਉ, ਉਹ ਕਹਿੰਦਾ ਇੱਜ਼ਤ ਹੋਣੀ ਚਾਹੀਦੀ ਹੈ, ਹਰ ਕੋਈ ਆਪਣੀ ਇੱਜ਼ਤ ਲੈ ਕੇ ਜਾਵੇ, ਬੇਪਤ ਹੋ ਕੇ ਨਾ ਜਾਵੇ। ਪ੍ਰਗਟ ਕਰਮ ਤੇਰਾ, ਕਹਿੰਦੇ ਪ੍ਰਗਟ ਕਰਨਾ ਹੈ। ਜਦੋਂ ਅਸੀਂ ਆਪਣੇ ਹਿਰਦੇ ਦੇ ਅੰਦਰ ਉਸ ਹੁਕਮ ਨੂੰ ਕਬੂਲ ਕਰਦੇ ਹਾਂ ਤਾਂ ਉਸ ਹੁਕਮ ਦੀ ਜਿਹੜੀ ਬਖਸ਼ਿਸ਼ ਹੈ, ਉਹਦੀ ਜਿਹੜੀ ਕਰਾਮਾਤ ਹੈ, ਉਹ ਸਾਡੇ ਅੰਦਰ ਵਰਤਦੀ ਹੈ। ਪਰ ਜਦੋਂ ਉਹ ਕਰਾਮਾਤ ਵਰਤਦੀ ਹੈ ਉਦੋਂ ਹੀ ਪਤਾ ਲੱਗਦਾ ਹੈ। ਉਸ ਕਰਾਮਾਤ ਵਰਤੀ ਦਾ ਜਿਹੜਾ ਸੁਗਿਆਨ ਗੁਰਬਾਣੀ 'ਚ ਪਿਆ, ਇਹਨੂੰ ਸੁਣ ਕੇ ਤਾਂ ਚਾਅ ਪੈਦਾ ਹੁੰਦਾ ਕਿ ਸਾਡੇ ਅੰਦਰ ਵੀ ਇਹ ਕਰਾਮਾਤ ਵਰਤੇ। ਅੰਗ 12 ਉੱਪਰ ਵੀ ਪਾਤਸ਼ਾਹ ਕਹਿੰਦੇ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਹੁਣ ਗੁਰਮੁਖ ਤਾਂ ਪ੍ਰਗਟ ਹੋ ਜਾਂਦਾ, ਪਰ ਸਾਡੇ ਇੱਕ ਸੰਸਾਰ 'ਚ ਧਾਰਮਿਕ ਲੋਕ ਇਹ ਗੱਲ ਕਹਿੰਦੇ ਆ ਕਿ ਜਿਹਨੂੰ ਜੀ ਉਹਦੀ ਬਖਸ਼ਿਸ਼ ਹੋ ਜਾਂਦੀ ਉਹ ਤਾਂ ਚੁੱਪ ਕਰ ਜਾਂਦਾ, ਉਹ ਨਹੀਂ ਬਾਹਰ ਨਿਕਲਦਾ, ਉਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ, ਉਹ ਨਹੀਂ ਰੌਲਾ ਪਾਉਂਦਾ। ਹੁਣ ਗੁਰਬਾਣੀ ਵਾਰ-ਵਾਰ ਪ੍ਰਗਟ ਹੋਣ ਦੀ ਗੱਲ ਕਰੀ ਜਾਂਦੀ ਹੈ। ਉਹ ਕਹਿੰਦੇ ਵੀ ਜੇ ਤੁਹਾਨੂੰ ਕੁਛ ਦਿਸ ਗਿਆ ਤਾਂ ਤੁਸੀਂ ਚੁੱਪ ਕਰ ਜਾਓ, ਬੋਲੋ ਹੀ ਨਾ, ਕਿਸੇ ਨੂੰ ਦੱਸੋ ਨਾ। ਜੇ ਦੱਸੋਗੇ ਤੁਹਾਡਾ ਨੁਕਸਾਨ ਹੋ ਜਾਊਗਾ। ਪਰਮਾਰਥ ਦੀਆਂ ਗੱਲਾਂ ਨਹੀਂ ਕਿਸੇ ਨਾਲ ਕਰੀਦੀਆਂ ਹੁੰਦੀਆਂ, ਉਹ ਤਾਂ ਚੁੱਪ ਕਰਕੇ ਬਸ ਆਨੰਦ ਲਈਦਾ ਹੁੰਦਾ। ਆਪਣਾ ਆਨੰਦ ਲਵੋ, ਦੁਨੀਆ ਕੁਛ ਮਰਜ਼ੀ ਕਰੀ ਚੱਲੇ। ਪਰ ਜਿਹੜਾ ਗੁਰਮੁਖ ਹੈ, ਜਿਹੜਾ ਅਸਲੀ ਪਰਮਾਰਥਿਕ ਹੈ, ਉਹ ਕਹਿੰਦਾ ਦੁਨੀਆ ਕਿਉਂ ਜੋ ਕੁਛ ਮਰਜ਼ੀ ਕਰੀ ਚੱਲੇ। ਉਹਦੇ ਅੰਦਰ ਤਾਂ ਤਰਸ ਹੁੰਦਾ ਹੈ, ਉਹ ਤਾਂ ਸਭ ਦਾ ਭਲਾ ਚਾਹੁੰਦਾ ਹੈ ਵੀ ਜੇ ਵਾਹਿਗੁਰੂ ਨੇ ਮੈਨੂੰ ਸੋਝੀ ਬਖਸ਼ਤੀ ਤਾਂ ਮੇਰਾ ਫਰਜ਼ ਬਣਦਾ ਮੈਂ ਦੂਜਿਆਂ ਨਾਲ ਵੀ ਗੱਲ ਕਰਾਂ, ਜਾ ਕੇ ਦੂਜਿਆਂ ਨਾਲ ਵਿਚਾਰਾਂ ਕਰਾਂ। ਉਹ ਤਾਂ ਪ੍ਰਗਟ ਹੋ ਕੇ ਚਾਹੁੰਦਾ ਸੰਸਾਰ 'ਚ। ਰਤਨ ਲੁਕਾਇਆ ਲੁਕੇ ਨਾਹੀਂ, ਜੇ ਕੋ ਰੱਖੇ ਲੁਕਾਏ। ਜੇ ਸੱਚ ਨੂੰ ਹੀ ਲੁਕੋ ਕੇ ਰੱਖਣਾ ਹੈ ਫਿਰ ਉਹ ਸੱਚ ਨਹੀਂ ਹੈ। ਝੂਠ ਲੁਕੋ ਕੇ ਰੱਖਿਆ ਤਾਂ ਜਾ ਸਕਦਾ, ਪਰ ਸੱਚ ਪ੍ਰਗਟ ਹੁੰਦਾ ਹੈ। ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ। ਹੇ ਮੇਰੇ ਮਨਾ, ਗੁਰਬਾਣੀ ਤੇ ਇਹ ਗੱਲ ਆਖ ਰਹੀ ਹੈ, ਪਰ ਤੂੰ ਕੁਛ ਹੋਰ ਕਰ ਰਿਹਾ। ਇਸ ਕਰਕੇ ਪਾਤਸ਼ਾਹ ਨੇ ਇਹ ਗੱਲ ਇੱਥੇ ਆਖੀ ਹੈ ਕਿ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਜਿਹੜਾ ਗੁਰਮੁਖ ਹੁੰਦਾ ਉਹ ਪ੍ਰਗਟ ਹੁੰਦਾ ਹੈ। ਉਹਦਾ ਪ੍ਰਗਟ ਹੋਣਾ ਹੀ ਇਸ ਸੰਸਾਰ ਦੇ ਵਿੱਚ ਇੱਕ ਬੜਾ ਵੱਡਾ ਸਬੂਤ ਹੈ ਕਿ ਪਰਮੇਸ਼ਰ ਹੈ, ਸੱਚ ਹੈ। ਤੇ ਜੇ ਗੁਰਮੁਖੀ ਨਾ ਬੋਲਦੇ ਫਿਰ ਕਿਸੇ ਨੂੰ ਕੀ ਪਤਾ ਲੱਗਣਾ ਵੀ ਸੱਚ ਕੀ ਹੁੰਦਾ। ਗੁਰਬਾਣੀ ਪ੍ਰਗਟ ਹੋਈ ਹੈ, ਗੁਰਮੁਖਾਂ ਨਹੀਂ ਬੋਲੀ, ਇਹਨਾਂ ਦੇ ਹਿਰਦੇ 'ਚ ਹੀ ਪ੍ਰਗਟ ਹੋਈ ਚੀਜ਼। ਜਨ ਨਾਨਕ ਗੁਰਮੁਖੀ ਪ੍ਰਗਟ ਹੋਏ, ਉਹ ਤਾਂ ਪ੍ਰਗਟ ਹੋ ਜਾਂਦੇ ਨੇ। ਅੰਗ 42 ਉੱਪਰ ਵੀ ਪਾਤਸ਼ਾਹ ਕਹਿੰਦੇ, ਗੁਰਮੁਖਾਂ ਨੂੰ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ। ਗੁਰਮੁਖਾਂ ਲਈ ਤਾਂ ਸਾਰਾ ਕੁਝ ਸਾਹਮਣੇ ਹੀ ਹੁੰਦਾ ਸੱਚ, ਉਹਨਾਂ ਕੋਲ ਤਾਂ ਕੋਈ ਚੀਜ਼ ਲੁਕੀ ਨਹੀਂ ਹੁੰਦੀ।
ਸੋ ਅੰਗ 45 ਉੱਪਰ ਵੀ ਪਾਤਸ਼ਾਹ ਕਹਿੰਦੇ ਆ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਤਿਨ ਕੀ ਸੋਭਾ ਨਿਰਮਲੀ, ਬੜੀ ਸੋਭਾ ਨਿਰਮਲੀ ਹੈ। ਗੁਰਮੁਖਾਂ ਦੇ ਮੁਖੋਂ ਜਿਹੜਾ ਬਚਨ ਵੀ ਨਿਕਲਦਾ ਬੜਾ ਨਿਰਮਲ ਹੁੰਦਾ ਹੈ, ਬੜਾ ਸ਼ੁੱਧ ਹੁੰਦਾ ਹੈ। ਉਹ ਕਿਸੇ ਪ੍ਰਥਾਏ ਹੁੰਦਾ ਹੈ, ਕਿਸੇ ਦਾ ਜੀਵਨ ਸੁਧਾਰਨ ਵਾਸਤੇ ਹੁੰਦਾ ਹੈ। ਪ੍ਰਗਟ ਪਈ ਜਹਾਨ, ਉਹ ਤਾਂ ਪ੍ਰਗਟ ਹੋ ਜਾਂਦੀ ਹੈ ਉਹਨਾਂ ਦੀ ਗੱਲ। ਗੁਰਮੁਖਾਂ ਦੇ ਹਿਰਦਿਆਂ ਚੋਂ ਨਿਕਲੇ ਹੋਏ ਬਚਨ ਜੇ ਕੋਈ ਆਪਣੇ ਹਿਰਦੇ 'ਚ ਵਸਾ ਲਵੇ, ਕੋਈ ਵੀ, ਤਾਂ ਉਹ ਵੀ ਨਿਰਮਲ ਹੋ ਜਾਂਦਾ ਹੈ। ਜਿਸ ਨੇ ਵੀ ਹੁਕਮ ਨੂੰ ਸੁਣਿਆ ਜਾਂ ਉਸਨੇ ਮੰਨਿਆ, ਅਸਲ ਵਿੱਚ ਦੋਨਾਂ ਦੀ ਉਹ ਇੱਜ਼ਤ ਹੈ। ਹੁਣ ਕਈਆਂ ਨੂੰ ਤਾਂ ਹੁਕਮ ਸੁਣਿਆ, ਉਹ ਬੋਲੇ ਨਹੀਂ, ਉਹ ਵੀ ਪ੍ਰਵਾਨ ਨੇ ਦਰਗਾਹ ਦੇ ਅੰਦਰ। ਕਈਆਂ ਨੂੰ ਹੁਕਮ ਸੁਣਿਆ, ਉਹਨਾਂ ਨੂੰ ਆਰਡਰ ਆ ਗਿਆ ਵੀ ਤੁਸੀਂ ਬੋਲੋ, ਉਹ ਵੀ ਬੋਲੇ ਨੇ, ਉਹ ਵੀ ਪ੍ਰਵਾਨ ਨੇ। ਸੋ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਜਿਹੜਾ ਪਰਮੇਸ਼ਰ ਦਾ ਭਗਤ ਹੁੰਦਾ ਉਹ ਕਦੇ ਵੀ ਲੁਕ ਨਹੀਂ ਸਕਦਾ। ਹਰ ਕਾ ਸੰਤ ਹੁੰਦਾ ਜਿਹੜਾ, ਉਹ ਕਦੇ ਲੁਕ ਨਹੀਂ ਸਕਦਾ। ਜਿਹੜੇ ਆਪਣੇ ਆਪ ਸੰਤ ਬਣ ਜਾਂਦੇ ਆ ਉਹ ਤਾਂ ਲੁਕਦੇ ਆ, ਉਹ ਤਾਂ ਕਿਸੇ ਨਾਲ ਵਿਚਾਰ ਚਰਚਾ ਹੀ ਨਹੀਂ ਕਰਦੇ। ਉਹ ਕਦੇ ਵੀ ਬੈਠ ਕੇ ਵਿਚਾਰ ਨਹੀਂ ਕਰਦੇ ਗੁਰਬਾਣੀ ਦੀ। ਉਹ ਪ੍ਰਚਾਰ ਕਰਦੇ ਆ ਵੀ ਅਸੀਂ ਬੋਲੀ ਜਾਵਾਂਗੇ, ਤੁਸੀਂ ਸੁਣੀ ਚੱਲੋ ਬਸ। ਜੇ ਕੋਈ ਵਿੱਚੋਂ ਸਵਾਲ ਵੀ ਪੁੱਛ ਲੈਂਦਾ, ਕਹਿ ਦਿੰਦੇ ਤਰਕ ਨਹੀਂ ਕਰੀਦਾ ਹੁੰਦਾ, ਸ਼ੰਕਾ ਨਹੀਂ ਕਰੀਦੀ ਹੁੰਦੀ। ਤੁਹਾਨੂੰ ਪਤਾ ਨਹੀਂ ਮਹਾਂਪੁਰਖਾਂ ਦੀ ਕਿੱਡੀ ਕਮਾਈ ਹੈ। ਮਹਾਂਪੁਰਖਾਂ ਤੇ ਸ਼ੰਕਾ ਨਹੀਂ ਕਰੀਦੀ, ਮਹਾਂਪੁਰਖਾਂ ਦੇ ਬਚਨ ਮੰਨੀ ਦੇ। ਇਹ ਗੱਲ ਠੀਕ ਹੈ ਕਿ ਮਹਾਂਪੁਰਖਾਂ ਦੇ ਬਚਨ ਮੰਨੀ ਦੇ, ਮਹਾਂਪੁਰਖਾਂ ਤੇ ਤਰਕ ਨਹੀਂ ਕਰਨੀ ਚਾਹੀਦੀ, ਬਿਲਕੁਲ ਸਹੀ ਗੱਲ ਹੈ। ਪਰ ਮਹਾਂਪੁਰਖ ਹੈ ਕੌਣ, ਇਹ ਤਾਂ ਦੱਸੋ ਨਾ। ਉਹ ਆਪਣੇ ਆਪ ਨੂੰ ਮਹਾਂਪੁਰਖ ਮੰਨੀ ਬੈਠੇ, ਜਦ ਕਿ ਮਹਾਂਪੁਰਖ ਤਾਂ ਮਾਇਆ 'ਚ ਹੁੰਦਾ ਹੀ ਨਹੀਂ। ਮਹਾਂਪੁਰਖ ਤੇ ਕਰਤਾ ਪੁਰਖ 'ਚ ਕੀ ਫਰਕ ਹੈ? ਸਾਨੂੰ ਮਹਾਂਪੁਰਖ ਸ਼ਬਦ ਕਹਿਣਾ ਚੰਗਾ ਲੱਗਦਾ ਹੈ, ਕਰਤਾ ਪੁਰਖ ਕਹਿਣਾ ਚੰਗਾ ਨਹੀਂ ਲੱਗਦਾ। ਕਰਤਾ ਪੁਰਖ ਤੇ ਮਹਾਂਪੁਰਖ 'ਚ ਕੋਈ ਫਰਕ ਹੈ? ਇਹ ਬਾਣੀ ਮਹਾਂਪੁਰਖਨ ਕੀ ਮਨੇ ਉਤਾਰਨ ਮਾਨਕ। ਇਹ ਜਿਹੜੀ ਬਾਣੀ ਹੈ ਸੱਚਖੰਡ ਦੀ ਹੈ, ਜਿੰਨੀਆਂ ਜੋਤਾਂ ਸੱਚਖੰਡ 'ਚ ਨੇ ਉਹ ਨੇ ਮਹਾਂਪੁਰਖ। ਇਹ ਉਹਨਾਂ ਦੀ ਬਾਣੀ ਹੈ ਜੋ ਸੱਚਖੰਡ 'ਚ ਪਰਮੇਸ਼ਰ ਆ, ਉਹਨੂੰ ਮਹਾਂਪੁਰਖ ਆਖਿਆ ਗਿਆ। ਮਹਾਂਪੁਰਖਨ ਬਹੁਵਚਨ ਹੈ ਕਿ ਉੱਥੇ ਪਤਾ ਨਹੀਂ ਕਿੰਨੀਆਂ ਕਿ ਜੋਤਾਂ ਨੇ। ਉਹਨਾਂ ਸਾਰੀਆਂ ਜੋਤਾਂ ਦਾ ਜਿਹੜਾ ਹੁਕਮ ਹੈ ਉਹ ਬਾਣੀ ਹੈ। ਪਰ ਸਾਡੇ ਦੇ ਸੰਸਾਰ 'ਚ ਮਹਾਂਪੁਰਖ ਮੰਨੀ ਜਾਂਦੇ। ਸੋ ਹਰ ਕਾ ਭਗਤ ਹੈ, ਉਹ ਪ੍ਰਗਟ ਹੁੰਦਾ ਹੈ, ਉਹ ਨਹੀਂ ਲੁਕ ਸਕਦਾ, ਕਿਉਂਕਿ ਹਰ ਨਹੀਂ ਲੁਕਦਾ। ਜਦੋਂ ਪਰਮੇਸ਼ਰ 'ਚ ਕੋਈ ਕਮੀ ਨਹੀਂ ਤੇ ਭਗਤ 'ਚ ਕਮੀ ਕਿੱਥੋਂ ਹੋਵੇਗੀ? ਜੀ 'ਚ ਕੋਈ ਕਮੀ ਹੁੰਦੀ ਹੈ ਉਹ ਲੁਕਦਾ ਹੈ। ਜਾਂ ਤਾਂ ਉਹ ਲੁਕੇ ਇਸ ਕੰਮ ਨੂੰ ਕਿ ਮੈਂ ਆਪਣੀ ਕਮੀ ਦੂਰ ਕਰਾਂ ਤੇ ਪ੍ਰਗਟ ਹੋਵਾਂ, ਫਿਰ ਤਾਂ ਠੀਕ ਹੈ। ਪਰ ਜੇ ਉਹ ਪਖੰਡ ਕਰਦਾ, ਕਹਾ ਰਿਹਾ ਮੈਂ ਧਾਰਮਿਕ ਆਗੂ ਹਾਂ, ਪਰ ਧਾਰਮਿਕ ਕੁਆਲਿਟੀ ਕੋਈ ਨਹੀਂ ਹੈ, ਫਿਰ ਉਹਦਾ ਨੁਕਸਾਨ ਹੈ। ਇਹ ਉਹਦਾ ਹੀ ਨੁਕਸਾਨ ਹੈ। ਮੰਨਣ ਵਾਲਿਆਂ ਦਾ ਤਾਂ ਨੁਕਸਾਨ ਇੰਨਾ ਨਹੀਂ ਹੁੰਦਾ, ਹੁੰਦਾ ਜ਼ਰੂਰ ਹੈ ਪਰ ਇੰਨਾ ਨਹੀਂ ਹੁੰਦਾ, ਪਰ ਜਿੰਨਾ ਨੁਕਸਾਨ ਉਹਦਾ ਹੋ ਜਾਂਦਾ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਪੜ੍ਹਿਆ ਹੋਵੇ ਗੁਨਾਹਗਾਰ। ਕਹਿੰਦੇ ਤੁਸੀਂ ਵੱਡੇ ਗੁਨਾਹਗਾਰ ਹੋ, ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਤੁਹਾਨੂੰ ਪਤਾ ਹੈ ਵੀ ਤੁਸੀਂ ਦੂਸਰੇ ਨੂੰ ਕਿਉਂ ਭਰਮ 'ਚ ਪਾਉਂਦੇ ਹੋ, ਕਿਉਂ ਉਹਨਾਂ ਨੂੰ ਬੇਪਤ ਕਰਕੇ ਤੋਰਦੇ ਹੋ, ਉਹਨਾਂ ਨੂੰ ਪ੍ਰਗਟ ਕਿਉਂ ਨਹੀਂ ਕਰਦੇ। ਉਹਨਾਂ ਨੂੰ ਪੁੱਛੋ ਜਿਹੜੇ ਤੁਹਾਡੇ ਕੋਲ ਆਉਂਦੇ ਆ ਕਿ ਤੁਸੀਂ ਇੰਨਾ ਚਿਰ ਦੇ ਗੁਰਬਾਣੀ ਪੜ੍ਹਦੇ ਹੋ, ਸੰਗਤ 'ਚ ਆਉਂਦੇ ਹੋ, ਤੁਹਾਡੇ ਤੇ ਕੋਈ ਫਰਕ ਪੈ ਰਿਹਾ, ਤੁਹਾਨੂੰ ਕੋਈ ਅਸਰ ਹੋ ਰਿਹਾ? ਜੇ ਤੁਹਾਡੇ ਤੇ ਕੋਈ ਅਸਰ ਨਹੀਂ ਹੋ ਰਿਹਾ ਭਾਈ, ਫਿਰ ਤਾਂ ਤੁਹਾਡਾ ਸਮਾਂ ਬੇਅਰਥ ਜਾ ਰਿਹਾ। ਜੇ ਕੋਈ ਉਹਨਾਂ 'ਚੋਂ ਉੱਠ ਕੇ ਤੁਹਾਨੂੰ ਇਹ ਵੀ ਗੱਲ ਕਹਿੰਦਾ ਕਿ ਜੀ ਬੜੀ ਕਿਰਪਾ ਤੁਹਾਡੀ, ਉਹਨੂੰ ਪੁੱਛੋ ਭਾਈ ਕਾਹਦੀ ਕਿਰਪਾ? ਉਹ ਇਹੀ ਕਹੂਗਾ ਜੀ ਸਾਡੇ ਕੋਲ ਬੜਾ ਸੌਖਾ ਹੈ, 4 ਪੈਸੇ ਨੇ ਜੀ, ਗੱਡੀਆਂ ਨੇ ਜੀ, ਵਧੀਆ ਮਕਾਨ ਬਣ ਗਏ ਜੀ, ਮੁੰਡੇ ਨੌਕਰੀਆਂ ਤੇ ਲੱਗੇ ਹੋਏ ਆ ਜੀ, ਕਿਸੇ ਦਾ ਕੁਛ ਦੇਣਾ ਨਹੀਂ ਜੀ, ਧੀਆਂ ਪੁੱਤਰ ਵਿਆਹ ਤੇ ਬੜੀ ਕਿਰਪਾ। ਤੁਹਾਨੂੰ ਉਸੇ ਵੇਲੇ ਰੋਕੋ ਵੀ ਇਹ ਕਿਰਪਾ ਨਹੀਂ ਹੈ। ਜੇ ਤੂੰ ਇਹਨੂੰ ਕਿਰਪਾ ਮੰਨਦਾ ਤਾਂ ਪਰਮੇਸ਼ਰ ਤੇ ਸਵਾਲ ਖੜਾ ਹੋ ਜਾਊਗਾ ਕਿ ਜਿਹੜੇ ਪਰਮੇਸ਼ਰ ਨੂੰ ਨਹੀਂ ਮੰਨਦੇ ਉਹਨਾਂ ਦੇ ਵੀ ਤਾਂ ਧੀਆਂ ਪੁੱਤ ਹੈਗੇ ਆ, ਉਹਨਾਂ ਕੋਲ ਵੀ ਤਾਂ ਜ਼ਮੀਨਾਂ ਹੈਗੀਆਂ, ਉਹਨਾਂ ਕੋਲ ਵੀ ਕੋਠੀਆਂ ਹੈਗੀਆਂ, ਫਿਰ ਕੀ ਫਰਕ ਹੋਇਆ? ਇੱਕ ਮੰਨਦਾ ਇੱਕ ਨਹੀਂ ਮੰਨਦਾ, ਉਹਦੇ ਕੋਲ ਵੀ ਉਹੀ ਸਹੂਲਤ ਹੈ, ਜਿਹੜਾ ਮੰਨਦਾ ਉਹਦੇ ਕੋਲ ਵੀ ਸਹੂਲਤ ਆ, ਫਰਕ ਕੀ ਹੋਇਆ?
ਪਰ ਸਾਡੇ ਦਾ ਧਾਰਮਿਕ ਆਗੂ ਵੀ ਇਹੀ ਗੱਲ ਕਹਿੰਦੇ ਆ। ਉਹ ਤਾਂ ਖੁਦ ਕਹਿੰਦੇ ਆ ਵੀ ਤੁਸੀਂ ਆਓ, ਤੁਹਾਡੀ ਇੱਛਾ ਪੂਰੀਆਂ ਹੋਣਗੀਆਂ। ਜਦ ਕਿ ਭਗਤਾਂ ਦਾ ਫਰਜ਼ ਸੀ, ਗੁਰਮੁਖਾਂ ਦਾ ਫਰਜ਼ ਹੈ ਕਿ ਉਹ ਸਿੱਧਾ ਕਹਿੰਦੇ ਆ ਇੱਛਾ ਕੋਈ ਪੂਰੀ ਨਹੀਂ ਹੁੰਦੀ। ਇੱਛਾ ਇੱਕੋ ਹੀ ਆ, ਉਹ ਪਰਮੇਸ਼ਰ ਪੂਰੀ ਕਰਦਾ, ਉਹ ਹੈ ਨਾਮ ਦੀ। ਜਿੱਦਣ ਤੁਹਾਨੂੰ ਨਾਮ ਮਿਲ ਗਿਆ ਸਮਝ ਲਓ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਫਿਰ ਤੁਹਾਨੂੰ ਸਾਰੀ ਸੋਝੀ ਆ ਹੀ ਜਾਣੀ ਹੈ। ਪਰ ਜੇ ਤੁਹਾਨੂੰ ਨਾਮ ਨਹੀਂ ਮਿਲਿਆ ਤਾਂ ਇੱਛਾ ਕੋਈ ਨਹੀਂ ਪੂਰੀ ਹੋਈ, ਸਗੋਂ ਭਰਮ ਦਾ ਜਾਲ ਵੱਧ ਰਿਹਾ। ਤੁਹਾਡੀ ਇੱਜ਼ਤ ਨਹੀਂ ਹੋ ਰਹੀ ਦਰਗਾਹ ਦੇ ਅੰਦਰ, ਤੁਸੀਂ ਬੇਪਤ ਹੋ ਜਾਓਗੇ। ਪ੍ਰਗਟ ਹੋਵੋ, ਆਪਣੇ ਆਪ ਨੂੰ ਪ੍ਰਗਟ ਕਰੋ, ਆਪਣੇ ਆਪ ਨੂੰ ਫੋਲ ਕੇ ਰੱਖੋ ਪਰਮੇਸ਼ਰ ਦੇ ਅੱਗੇ, ਆਪਣੇ ਸਤਿਗੁਰ ਦੇ ਅੱਗੇ, ਕਿ ਇੰਨਾ ਚਿਰ ਹੋ ਗਿਆ ਕਿਉਂ ਨਹੀਂ ਕੁਛ ਮਿਲ ਰਿਹਾ, ਕਿਹੜੀ ਮੇਰੇ 'ਚ ਕਮੀ ਹੈ। ਉਸ ਕਮੀ ਬਾਰੇ ਲੋਕਾਂ ਨਾਲ ਵਿਚਾਰਾਂ ਕਰੋ ਵੀ ਕੋਈ ਕਮੀ ਦੱਸੋ, ਕਮੀ ਦੂਰ ਕਰੀਏ। ਤੇ ਜਦੋਂ ਕਮੀ ਦੂਰ ਹੋ ਜਾਂਦੀ ਹੈ ਤਾਂ ਦਾਤ ਮਿਲਦੀ ਹੈ, ਨਹੀਂ ਤਾਂ ਦਾਤ ਨਹੀਂ ਮਿਲਦੀ। ਸੋ ਹਰ ਕਾ ਭਗਤ ਪ੍ਰਗਟ ਨਹਿ ਛਪੈ। ਪ੍ਰਗਟ ਭਾਵ ਉਹ ਮਾਇਆ ਨੂੰ ਛੱਡ ਅੰਤਰਾਤਮਾ ਦੀ ਗੱਲ ਕਰਦਾ ਹੈ। ਇਹ ਨਿਸ਼ਾਨੀ ਹੈ ਕਿ ਉਹ ਅੰਤਰ ਆਤਮਾ ਬਾਰੇ ਸਾਰਾ ਵਿਖਿਆਨ ਕਰਦਾ। ਗੁਰਬਾਣੀ ਸਾਰੀ ਗੱਲ ਅੰਤਰਾਤਮਾ ਬਾਰੇ ਕਰਦੀ ਹੈ ਵਿਖਿਆਨ। ਜੋ ਸੰਸਾਰੀ ਲੋਕ ਅੰਤਰਾਤਮਾ ਦੀ ਆਵਾਜ਼ ਤੋਂ ਅਣਜਾਣ ਹੁੰਦੇ, ਸੰਸਾਰੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਅੰਤਰਾਤਮਾ ਦੀ ਆਵਾਜ਼ ਕੀ ਹੁੰਦੀ ਹੈ। ਉਹਨਾਂ ਕੋਲ ਤਾਂ ਸਿਰਫ ਇੱਕੋ ਹੀ ਗੱਲ ਜੋ ਸੰਸਾਰੀ ਧਾਰਮਿਕ ਆਗੂ ਨੇ ਉਹਨਾਂ ਨੂੰ ਵਸਾਤੀ ਵੀ ਵੱਧ ਤੋਂ ਵੱਧ ਗੁਰਬਾਣੀ ਪੜ੍ਹੋ। ਜਦ ਕਿ ਉਹਨਾਂ ਨੂੰ ਇਹ ਗੱਲ ਸਮਝਾਉਂਦੇ ਵੀ ਵੱਧ ਤੋਂ ਵੱਧ ਗੁਰਬਾਣੀ ਪੜ੍ਹੋ, ਚਲੋ ਕੋਈ ਗੱਲ ਨਹੀਂ ਪੜ੍ਹੋ, ਪਰ ਭਾਈ ਵੱਧ ਤੋਂ ਵੱਧ ਗੁਰਬਾਣੀ ਦੀ ਗੱਲ ਵੀ ਮੰਨੋ। ਜੇ ਤੁਹਾਡੇ ਕੋਲ ਪੜ੍ਹਨ ਦਾ ਟਾਈਮ ਹੈ ਪੜ੍ਹੋ, ਪਰ ਨਾਲ ਮੰਨੋ ਵੀ। ਜੇ ਤੁਸੀਂ ਗੁਰਬਾਣੀ ਦੇ ਇੱਕ ਵਚਨ ਨੂੰ ਮੰਨ ਵੀ ਲਿਆ ਨਾ ਤਾਂ ਸਮਝ ਲਓ ਸਾਰੀ ਗੁਰਬਾਣੀ ਉਹ ਮੰਨ ਲਈ। ਪਰ ਜੇ ਤੁਸੀਂ ਗੁਰਬਾਣੀ ਦਾ ਇੱਕ ਵਚਨ ਨਹੀਂ ਮੰਨਿਆ, ਫਿਰ ਪੜ ਪੜ ਗੱਡੇ ਲੱਦੀ ਹੈ, ਪੜ ਪੜ ਭਰੀਏ ਸਾਥ ਵੀ ਹੈ। ਇਹ ਵੀ ਖਿਆਲ ਰੱਖਿਓ। ਹਰ ਇੱਕ ਗੱਲ ਹੈ ਮੇਰੇ ਮਨਾ ਗੁਰਬਾਣੀ 'ਚ ਪਾਤਸ਼ਾਹ ਨੇ ਤੇਰੇ ਵਾਸਤੇ ਸਮਝਾਈ ਹੋਈ ਹੈ। ਗੱਲ ਉਹੀ ਕਹਿਣੀ ਹੈ ਜਿਹੜੀ ਗੁਰਬਾਣੀ ਪ੍ਰਵਾਨਿਤ ਹੈ। ਆਪਣੇ ਵੱਲੋਂ ਕੋਈ ਵੀ ਸ਼ਬਦ ਐਸਾ ਨਹੀਂ ਵਰਤਣਾ ਜਿਹੜਾ ਪ੍ਰਵਾਨਿਤ ਨਾ ਹੋਵੇ। ਫਿਰ ਤੂੰ ਫਸ ਜਾਏਗਾ, ਤੂੰ ਜਵਾਬ ਦੇ ਹੋਵੇਗਾ। ਉਹਨੇ ਕਹਿਣਾ ਵੀ ਇਹ ਸ਼ਬਦ ਅਸੀਂ ਵਰਤਿਆ ਨਹੀਂ, ਤੈਨੂੰ ਕਿਹਨੇ ਅਥਾਰਟੀ ਦਿੱਤੀ ਇਸ ਸ਼ਬਦ ਨੂੰ ਵਰਤਣ ਦੀ। ਪਰ ਭਗਤ ਸਾਹਿਬਾਨਾਂ ਨੂੰ ਉਹ ਆਵਾਜ਼ ਪ੍ਰਗਟ ਹੁੰਦੀ ਹੈ, ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ। ਉਹ ਹੁਕਮ ਉਹੀ ਨਾਮ ਹੈ, ਉਸੇ ਨੂੰ ਹੀ ਨਾਮ ਕਹਿੰਦੇ ਆ। ਜਿਨ੍ਹਾਂ ਨੂੰ ਉਹ ਹੁਕਮ ਪ੍ਰਗਟ ਹੋ ਜਾਂਦਾ ਹੈ, ਉਹ ਸ਼ੁੱਧ ਹੋ ਕੇ ਸੰਸਾਰ ਵਿੱਚ ਵਿਚਰਦੇ ਰਹਿੰਦੇ। ਉਹ ਵੀ ਇਸੇ ਸੰਸਾਰ ਦੇ ਅੰਦਰ ਹੈ, ਪਰ ਸ਼ੁੱਧ ਸਰੂਪ ਹੁੰਦੇ, ਉਹਨਾਂ ਨੂੰ ਕੋਈ ਮੈਲ ਨਹੀਂ ਲੱਗਦੀ। ਆਪਣੇ ਸਾਹਮਣੇ ਨੇ ਭਗਤ ਸਾਹਿਬਾਨ, ਗੁਰ ਸਾਹਿਬਾਨ ਸੰਸਾਰ 'ਚ ਵਿਚਰੇ ਨੇ। ਉਹਨਾਂ ਦੇ ਬੋਲ ਨੇ ਗੁਰਬਾਣੀ 'ਚ ਦਰਜ ਹੈ ਕਿ ਕਿਵੇਂ ਉਹ ਵਿਚਰੇ ਨੇ। ਹਰ ਇੱਕ ਗੱਲ ਉਹਨਾਂ ਨੇ ਆਪਣੀ ਲਿਖੀ ਹੈ। ਉਹਨਾਂ ਦੇ ਅੱਗੇ ਵੀ ਬੜੀਆਂ ਮੁਸੀਬਤਾਂ ਆਈਆਂ, ਬੜੇ ਸਵਾਲ ਪੈਦਾ ਹੋਏ। ਉਹਨਾਂ ਨੇ ਸਾਰੇ ਸਵਾਲਾਂ ਨੂੰ ਬੜੀ ਬਰੀਕੀ ਨਾਲ ਵਿਚਾਰਿਆ। ਪਾਤਸ਼ਾਹ ਕਹਿੰਦੇ ਰੋਸ ਨਾ ਕਾਹੂ ਸੰਗ ਕਰੋ, ਆਪਨ ਆਪ ਵਿਚਾਰ। ਕਿਸੇ ਤੇ ਤੂੰ ਰੋਸ ਨਹੀਂ ਕਰ ਸਕਦਾ, ਧਾਰਮਿਕ ਆਗੂ ਨਹੀਂ ਰੋਸ ਕਰ ਸਕਦਾ। ਜੇ ਧਾਰਮਿਕ ਆਗੂ ਦੇ ਅੱਗੇ ਕੋਈ ਸਵਾਲ ਲੈ ਕੇ ਆਉਂਦਾ, ਸਗੋਂ ਧਾਰਮਿਕ ਆਗੂ ਨੂੰ ਖੁਸ਼ ਹੋਣਾ ਚਾਹੀਦਾ। ਉਹਦੇ ਸਵਾਲ ਨੂੰ ਵਿਚਾਰ ਕੇ ਚੰਗੀ ਤਰ੍ਹਾਂ ਉਹਨੂੰ ਸਮਝਾਵੇ, ਉਹਦਾ ਉੱਤਰ ਦੇਵੇ। ਪਰ ਜੇ ਧਾਰਮਿਕ ਆਗੂ ਹੀ ਰੋਸ ਕਰਨ ਲੱਗ ਗਿਆ, ਫਿਰ ਉਹ ਧਾਰਮਿਕ ਆਗੂ ਨਹੀਂ ਹੈ, ਉਹ ਭਰਮੀ ਹੈ। ਉਹਨੂੰ ਅਗਾਂਹ ਸੱਚੇ ਦੇ ਦਰਬਾਰ ਵਿੱਚ ਬੜੀ ਮੁਸ਼ੱਕਤ ਝੱਲਣੀ ਪੈਂਦੀ ਹੈ। ਇਸੇ ਕਰਕੇ ਪਾਤਸ਼ਾਹ ਨੇ ਇੱਥੇ ਬਚਨ ਲਿਖਿਆ ਉਹਨਾਂ ਧਾਰਮਿਕ ਆਗੂਆਂ ਨੂੰ ਵੀ ਤੁਸੀਂ ਖਿਆਲ ਰੱਖੋ ਆਪਣਾ। ਜੇ ਤੁਸੀਂ ਹੁਕਮ ਨਾ ਮੰਨਿਆ ਤਾਂ ਪੱਤ ਸਿਉ ਪ੍ਰਗਟ ਜਾਏ ਵਾਲੀ ਗੱਲ ਨਹੀਂ ਤੁਹਾਡੀ ਬਣਨੀ। ਤੁਸੀਂ ਪ੍ਰਗਟ ਨਹੀਂ ਫਿਰ ਹੋਵੋਗੇ, ਗੁਪਤ ਹੀ ਰਹਿ ਜਾਓਗੇ। ਪ੍ਰਗਟ ਕਿਹਦੀ ਦ੍ਰਿਸ਼ਟੀ 'ਚ ਹੋਣਾ? ਸੰਸਾਰ 'ਚ ਪ੍ਰਗਟ ਹੋਣਾ। ਸੰਸਾਰ 'ਚ ਹੀ ਪਤਾ ਲੱਗੂ ਨਾ। ਪਾਤਸ਼ਾਹੀਆਂ ਦਾ ਸੰਸਾਰ 'ਚ ਹੀ ਪਤਾ ਲੱਗਿਆ, ਭਗਤ ਸਾਹਿਬਾਨਾਂ ਦਾ ਸੰਸਾਰ 'ਚ ਹੀ ਪਤਾ ਲੱਗਿਆ। ਪ੍ਰਗਟ ਕੀਤਾ ਕਿਹਨੇ ਆ?
ਪਰਮੇਸ਼ਰ ਨੇ, ਹੁਕਮ ਨੇ ਆਪਣਾ ਆਪਾ ਪ੍ਰਗਟ ਕਰਕੇ ਦਿਖਾਇਆ। ਸੋ ਜਿਹੜੇ ਗੁਰਮੁਖ ਨੇ ਉਹ ਇਸ ਭਾਵ ਸਾਗਰ ਦੇ ਅੰਦਰ ਆ ਕੇ ਜਦੋਂ ਗੁਰਬਾਣੀ ਤੋਂ ਜਾਂ ਕਿਸੇ ਸਤਿਪੁਰਖ ਤੋਂ ਸੋਝੀ ਲੈਂਦੇ ਤਾਂ ਉਹ ਆਪਣੇ ਹਿਰਦੇ ਦੇ ਅੰਦਰ ਵੀ ਉਸ ਸ਼ਬਦ ਨੂੰ ਪ੍ਰਗਟ ਕਰ ਲੈਂਦੇ ਤੇ ਪ੍ਰਗਟ ਹੋ ਕੇ ਉਹ ਇਸ ਸੰਸਾਰ 'ਚ ਵਿਚਰਦੇ ਜਿੰਨਾ ਚਿਰ ਸਮਾਂ ਪਰਮੇਸ਼ਰ ਵੱਲੋਂ ਦਿੱਤਾ ਜਾਂਦਾ ਹੈ, ਉਨੇ ਸਮੇਂ ਨੂੰ ਉਹ ਬਤੀਤ ਕਰਦੇ ਤੇ ਜੀਵਨ ਜਿੱਤ ਜਾਂਦੇ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ